ਇਹ ਪਿੱਛੇ ਇੱਕ ਸ਼ਬਦ ਲਿਖ ਕੇ ਭੇਜਿਆ ਸੀ। ਇਸ ਸ਼ਬਦ ਦਾ ਭਾਵ ਸਮਝਣ ਦੀ ਕੋਸ਼ਿਸ਼ ਕਰੀਏ। 10 ਮਿਰਗੀ ਸਹਿਜੇ ਬੰਦ ਆਨੀ, 5 ਮਿਰਗ ਬੇਧੇ शिव की बानी। संत संग ले चढ़ियो शिकार, मृग पकड़े बिन कोर हथियार। अखरी अर्थ समझण नालों ज़्यादा वधिया है इस शब्द के भाव नूं समझना। जदों गुरु जन कोई उपदेश दिंदे हन ते प्रतीक वो बाहरों लैंदे हन। किसी पशु का प्रतीक लै लिया, किसी पंछी का प्रतीक लै लिया, ते बाहरों कोई प्रतीक लैके उहदे द्वारा ਸਰੋਤਿਆਂ नूं समझाया जाता है। इस शब्द दे विच शिकारी जिहड़ा है वो शिकार करदा है, ते शिकार किहदा करदा है? 10 मिर्गी सहजे बंद आनी, 10 मिर्ग मार लैंदा है, बन लैंदा है। 5 मिर्ग बेधे शिव की बानी। 10 मिर्गी पहलां तो जिहड़े हन काम इंद्रे, बाहरी इंद्रे, कर्म इंद्रियां जिन्हों कहते हैं। कर्म इंद्रियां नूं मारन दा सारिਆਂ ਨੂੰ ਵਧੀਆ तरीका पता की है? सत संगत दे विच बैठ गए, चौंकड़ा मार के ते अखां बंद कर लईआं, ते फिर ये बाहरी इंद्रियां काम नहीं करदियां। जदों ध्यान आपां हटा ही लिया भी ना अखां देख रहीआं हन क्योंकि अखां बंद हन। इस करके सत संगत दे विच प्रभु दे प्यारे कहंदे हन भी अखां बंद कर लो, लोड़ ही नहीं है खोलण दी, की देखना। कई लोग कथा सुनते भी ना टीवी वाल देखी जाणगे, नहीं कथा सुनने वाली चीज़ है, कथा देखण वाली नहीं। कीर्तन भी सुनने वाला है, कीर्तन का देखना की है? वो एक्टिंग थोड़ी कर रहे हैं रागी जिहड़ी देखनी है। सुनना है, बाणी सुननी है, उपदेश सुनना है, सुनने वाल ध्यान रखना है। इस करके देखण की तो कोई लोड़ नहीं है। अखां बंद कर लईआं, फिर जदों ध्यान दे विच बैठना है तो कहा जाता है भी कन्नां वल्लों भी ध्यान हटा लेना है, तो हौली हौली ये इंद्रियां वल्लों सारा दा सारा ध्यान हटा लेना है। तो जदों सारा ध्यान हट गया, ना अखां देख रहीआं हन, ना कन सुन रहे हैं, ना जीभ बोल रही है, तो सारियां इंद्रियां सहजे ही शांत हो गई, बज गईयां। 5 मिर्ग बेधे शिव की बानी। फिर जिहड़ी वासना इंद्री है, जिन्हों ज्ञान इंद्रियां कहते हैं, एक तो है बाहर अख देखती है, ये है कर्म इंद्री। एक है देखण दी वासना, तो जिहड़ी देखण दी वासना है ना, उहनूं कहंदे हन ज्ञान इंद्री। तो जिहड़ी देखण दी वासना है वो उदों समाप्त होंदी है जदों तू बिल्कुल शांत हो गए, टिक गए। शिव दा अर्थ हुंदा शांत, जिहड़ा बिल्कुल शांत हो गया,
ਸਹਿਜ ਹੋ ਗਿਆ, ਹੁਣ ਧਿਆਨਸਥ ਹੋ ਗਿਆ, ਤੇ ਹੁਣ ਇੰਦਰੀਆਂ ਵੱਲੋਂ ਧਿਆਨ ਹਟ ਗਿਆ। ਤੇ ਉਹ ਜਿਹੜੇ 5 ਸਨ ਨਾ ਵਾਸ਼ਨਾ ਵਾਲੀਆਂ ਇੰਦਰੀਆਂ, ਜਿਨ੍ਹਾਂ ਦੁਆਰਾ ਵਾਸ਼ਨਾ ਹੋ ਰਹੀ ਸੀ, ਦੇਖਣ ਦੀ ਵਾਸ਼ਨਾ, ਸੁਣਨ ਦੀ ਵਾਸ਼ਨਾ, ਤੇ ਹੁਣ ਵਾਸ਼ਨਾ ਨਹੀਂ ਕਰ ਰਹੀਆਂ, ਤੇ ਉਹ ਵੀ ਵਿੱਝ ਗਈਆਂ ਹਨ। ਭਾਵ ਕਿ ਉਹਨਾਂ ਨੂੰ ਵੀ ਮਾਰ ਦਿੱਤਾ। ਸਤ ਸੰਗ ਲੈ ਚੜਿਓ ਸ਼ਿਕਾਰ, ਮ੍ਰਿਗ ਪਕਰੇ ਬਿਨ ਘੋਰ ਹਥਿਆਰ। ਕਹਿੰਦੇ ਸਤ ਸੰਗਤ ਰੂਪੀ ਜਮਾਤ ਦੇ ਨਾਲ ਮੈਂ ਸ਼ਿਕਾਰ 'ਤੇ ਚੜ੍ਹਿਆ, ਅਤੇ ਮ੍ਰਿਗ ਜਿਹੜੇ ਸਨ ਉਹ ਬਹੁਤਾ ਯੁੱਧ ਕਰਨ ਦੀ ਲੋੜ ਨਹੀਂ ਪਈ ਹਨ, ਨਾ ਤੇਜ਼ ਧਾਰ ਹਥਿਆਰਾਂ ਦੀ ਲੋੜ ਪਈ ਹੈ। ਦੇਖੋ, ਇਹੋ ਹੀ ਫਰਕ ਹੈ। ਸਤ ਸੰਗਤ ਦੇ ਵਿੱਚ ਸਹਿਜੇ ਹੀ ਇੰਦਰੀਆਂ ਸ਼ਾਂਤ ਹੁੰਦੀਆਂ ਹਨ, ਕਿਉਂਕਿ ਕਹਿੰਦੇ ਹਨ ਨਾ, ਜੈਸੀ ਸੰਗਤ ਵੈਸੀ ਰੰਗਤ। ਤੇ ਸਤ ਸੰਗਤ ਦੇ ਵਿੱਚ ਉਹ ਬੈਠੇ ਹਨ ਜਿਨ੍ਹਾਂ ਦੀਆਂ ਇੰਦਰੀਆਂ ਸ਼ਾਂਤ ਹੋ ਗਈਆਂ ਹਨ। ਭਾਵੇਂ ਸ਼ਾਂਤ ਇੰਦਰੀਆਂ ਵਾਲਾ ਇੱਕ ਹੀ ਬੈਠਾ ਹੋਵੇ, ਉਹਨੂੰ ਹੀ ਸੰਤ ਕਹਿੰਦੇ ਹਨ, ਜਿਹੜਾ ਸ਼ਾਂਤ ਹੋ ਗਿਆ। ਉਹਦੇ ਕੋਲ ਬੈਠ ਕੇ ਵੀ ਤੁਸੀਂ ਹੌਲੀ 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 ਸ਼ਾਂਤ ਹੋਵੋਗੇ, ਕਿਉਂਕਿ ਉਹਦਾ ਅਸਰ ਹੋਵੇਗਾ ਨਾ। ਤਾਂ ਸਤ ਸੰਗ ਹੁੰਦਾ ਹੈ, ਜਿਹੜਾ ਪੁਰਸ਼ ਸਤ ਦਾ ਸੰਗ ਕਰ ਰਿਹਾ ਹੈ, ਉਹਦਾ ਸੰਗ ਕਰਨਾ ਹੈ। ਉਹਦਾ ਸੰਗ ਕਰੋਗੇ ਤੇ ਤੁਸੀਂ ਵੀ ਸਤਸੰਗੀ ਹੋਗੇ ਨਾ। ਹੁਣ ਤੁਸੀਂ ਧਾਰਮਿਕ ਸਥਾਨ 'ਤੇ ਜਾ ਕੇ ਬੈਠ ਗਏ, ਉੱਥੇ ਤੁਹਾਡਾ ਮਨ ਚੱਲ ਰਿਹਾ ਹੈ ਵਿਚਾਰਾਂ ਦੇ ਵਿੱਚ। ਕੋਈ ਕੀਰਤਨ ਵੀ ਸੁਣੀ ਜਾਂਦਾ ਤਾਂ ਵੀ ਮਨ ਚੱਲੀ ਜਾਂਦਾ, ਕੋਈ ਪਾਠ ਸੁਣੀ ਜਾਂਦਾ ਤਾਂ ਵੀ ਚੱਲੀ ਜਾਂਦਾ, ਕਈ ਗੱਲਾਂ ਹੀ ਕਰੀ ਜਾਂਦੇ ਹਨ ਧਾਰਮਿਕ ਸਥਾਨਾਂ 'ਤੇ। ਕੋਈ ਮਨੋਰੰਜਨ ਕਰ ਰਿਹਾ, ਕਈ ਪ੍ਰਸ਼ਾਦਾ ਪਾਣੀ ਛਕਣ ਜਾਂਦੇ ਹਨ, ਤਾਂ ਉਹ ਸਤਸੰਗ ਥੋੜ੍ਹੀ ਕਰਕੇ ਆਏ ਹਨ। ਸਤਸੰਗ ਦਾ ਭਾਵ ਹੁੰਦਾ ਸੱਤ ਦਾ ਸੰਗ ਹੋਣਾ। ਜਿਹੜਾ ਝੂਠ ਦੇ ਸੰਗ ਤੋਂ ਥੋੜ੍ਹੀ ਦੇਰ ਵਾਸਤੇ ਛੁੱਟਦਾ ਹੈ, ਉਹਨੂੰ ਫਿਰ ਸਤਸੰਗ ਨਸੀਬ ਹੁੰਦਾ ਹੈ। ਝੂਠ ਦਾ ਸੰਗ ਹੁੰਦਾ ਹੈ ਇੰਦਰੀਆਂ ਦੁਆਰਾ। ਅੱਖਾਂ ਦੇਖਦੀਆਂ ਹਨ ਬਾਹਰ, ਤੇ ਬਾਹਰ ਸੰਗਤ ਕਰਦੀਆਂ ਹਨ। ਕੰਨ ਬਾਹਰ ਸੁਣ ਰਹੇ ਹਨ ਚੁਗਲੀ ਦਿੰਦੀ, ਤੇ ਬਾਹਰ ਦੀ ਸੰਗਤ ਹੋ ਰਹੀ। ਮਨ ਸੋਚ ਰਿਹਾ ਹੈ ਬਾਹਰ ਦੀ, ਤੇ ਬਾਹਰ ਦੀ ਸੰਗਤ ਹੋ ਰਹੀ। ਸੰਸਾਰ ਦੀ ਸੰਗਤ, ਝੂਠ ਦੀ ਸੰਗਤ ਹੋ ਰਹੀ। ਤੇ ਜਦੋਂ ਝੂਠ ਦੀ ਸੰਗਤ ਨਾਲੋਂ ਹਟ ਗਈਆਂ, ਇੰਦਰੀਆਂ ਵੀ ਹਟ ਗਈਆਂ, ਹੁਣ ਨਾ ਦੇਖਿਆ ਜਾ ਰਿਹਾ, ਨਾ ਸੁਣਨਾ ਜਾ ਰਿਹਾ, ਨਾ ਬੋਲਿਆ ਜਾ, ਤੇ ਮਨ ਵੀ ਸੋਚਣੋਂ ਹਟ ਗਿਆ ਹੈ ਬਾਹਰ ਗੱਲ ਕੋਈ। ਤੇ ਜਦੋਂ ਝੂਠ ਨੂੰ ਤੁਸੀਂ ਨਾ ਸੋਚ ਰਹੇ ਹੋ, ਨਾ ਦੇਖ ਰਹੇ ਹੋ, ਨਾ ਵਿਚਾਰ ਰਹੇ ਹੋ, ਫਿਰ ਹੌਲੀ ਹੌਲੀ ਤੁਹਾਨੂੰ ਸਤ ਦਾ ਸੰਗ ਹੋਣਾ ਨਸੀਬ ਹੁੰਦਾ ਹੈ। ਤੇ ਸਤ ਸੰਗਤ ਦੇ ਵਿੱਚ ਬਿਨਾਂ ਲੜਾਈ ਝਗੜੇ ਤੋਂ, ਬਿਨਾਂ ਘੋਰ ਜ਼ਬਰਦਸਤ ਹਥਿਆਰਾਂ ਤੋਂ ਬਿਨਾਂ ਹੀ ਇਹ ਜਿਹੜੇ ਮਿਰਗ ਹਨ ਨਾ, ਕਾਬੂ ਵਿੱਚ ਆ ਜਾਂਦੇ ਹਨ। ਤੇ ਮਿਰਗ ਤੇ ਆ ਜਾਂਦੇ ਹਨ ਕਾਬੂ ਦੇ ਵਿੱਚ, ਪਰ ਮਿਰਗਾਂ ਦੇ ਪਿੱਛੇ ਜਿਹੜਾ ਹੈ, ਜਿਹੜਾ ਮਿਰਗਾਂ ਨੂੰ ਚਲਾ ਰਿਹਾ ਹੈ, ਆਖੇਰ ਬਿਰਤ ਬਾਹਰ ਆਇਓ ਧਾਏ, ਹਨੇਰਾ ਪਾਇਓ ਕਰਕੇ ਗਾਏ, ਆਹੇਰੀ ਬਿਰਤੀ। ਜਿਹੜੀ ਮਾਰਨ ਵਾਲੀ ਬਿਰਤੀ ਸੀ, ਹਿੰਸਕ ਬਿਰਤੀ, ਉਹ ਬਾਹਰ ਨਿਕਲ ਕੇ ਸਤ ਸੰਗਤ ਦੇ ਵਿੱਚ, ਭਾਵ ਕਿ ਵਾਸ਼ਨਾ, ਕਾਮਨਾ, ਚਿੰਤਾ, ਪਰੇਸ਼ਾਨੀਆਂ, ਜੋ ਵੀ ਐਸੀਆਂ ਬਿਰਤੀਆਂ ਸਨ ਬਾਹਰ ਨਿਕਲ ਗਈਆਂ ਸਤ ਸੰਗਤ ਦੇ ਕਰਕੇ।
ਸਤ ਸੰਗਤ ਦੇ ਪ੍ਰਭਾਵ ਕਰਕੇ। ਤੇ ਉੱਥੇ ਸਤ ਸੰਗਤ ਰੂਪੀ ਉਸ ਜਮਾਤ ਦੇ ਵਿੱਚ ਬੈਠ ਕੇ ਫਿਰ ਘੇਰਾ ਪੈ ਗਿਆ ਇਸ ਮਨ ਨੂੰ। ਤੇ ਜਿਹੜਾ ਮਨ ਸੀ ਨਾ, ਇਹਦੇ ਦੁਆਰਾ ਹੀ ਇਹ ਮਿਰਗ ਕੰਮ ਕਰ ਰਹੇ ਸੀ ਸਾਰੇ। ਮਨ ਦੇ ਅੰਦਰ ਹੀ ਵਾਸ਼ਨਾ ਉੱਠਦੀ ਹੈ ਨਾ ਦੇਖਣ ਦੀ, ਤੇ ਤਾਂ ਹੀ ਅੱਖਾਂ ਦੇਖਦੀਆਂ ਹਨ। ਅੱਖਾਂ ਦਾ ਕਸੂਰ ਥੋੜ੍ਹੀ ਹੈ। ਹੁਣ ਇਹੋ ਹੀ ਫਰਕ ਹੈ, ਖਿਆਲ ਵਿੱਚ ਰੱਖਿਓ। ਵਾਸਤਵਿਕ ਧਰਮ ਦਾ ਗਿਆਤਾ ਤੇ ਬਾਹਰ ਮੁਖੀ ਧਰਮ ਦੇ ਜਿਹੜੇ ਪ੍ਰਚਾਰਕ ਹਨ ਨਾ, ਉਹਨਾਂ ਦੇ ਵਿੱਚ ਤੁਸੀਂ ਇੱਕ ਫਰਕ ਜ਼ਰੂਰ ਦੇਖੋਗੇ। ਜਿਹੜੇ ਬਾਹਰ ਮੁਖੀ ਧਰਮ ਦੇ ਪ੍ਰਚਾਰਕ ਹਨ ਨਾ, ਉਹ ਕਹਿੰਦੇ ਹਨ ਤੁਹਾਡੀਆਂ ਅੱਖਾਂ ਦਾ ਕਸੂਰ ਹੈ, ਤੁਹਾਡੇ ਕੰਨਾਂ ਦਾ ਕਸੂਰ ਹੈ। ਆਹਾ ਇੱਕ ਸਤਿਕਾਰਯੋਗ ਬਜ਼ੁਰਗ ਮੋਹਾਲੀ ਤੋਂ ਹਨ। ਉਹਨਾਂ ਨੇ ਇੱਕ ਵੀਡੀਓ ਪਾਈ ਹੋਈ ਹੈ ਸਾਧੂ ਦੀ। ਤੋ ਸਾਧੂ ਵੀ ਆਪਣੇ ਸਰੋਤਿਆਂ ਨੂੰ ਇਹੋ ਹੀ ਗੱਲ ਸਮਝਾ ਰਿਹਾ ਹੈ। ਉਹ ਕਹਿੰਦਾ ਹੈ ਜਿਵੇਂ ਇਹ ਅੰਬਾਂ ਦੇ ਬਾਗ ਦੇ ਕੋਲੋਂ ਦੀ ਲੰਘਦੇ ਹੋਏ ਕਿਸੇ ਆਦਮੀ ਨੇ ਇੱਕ ਅੰਬ ਦਾ ਫਲ ਦੇਖਿਆ। ਫਲ ਤੇ ਅੱਖਾਂ ਨੇ ਦੇਖਿਆ, ਚੱਲ ਕੇ ਕਦਮ ਗਏ, ਤੋੜਿਆ ਹੱਥਾਂ ਨੇ, ਫਿਰ ਚਖਿਆ ਜੀਭ ਨੇ, ਰੱਖਿਆ ਫਿਰ ਕਹਿੰਦੇ ਪੇਟ ਨੇ। ਪੇਟ 'ਚ ਚਲੇ ਗਿਆ ਨਾ ਅੰਬ। ਉਹਨਾਂ ਚਿਰ ਨੂੰ ਉੱਥੋਂ ਦਾ ਜਿਹੜਾ ਰਖਵਾਲਾ ਸੀ ਉਹ ਆਇਆ। ਉਹਨੇ 3-4 ਲਾਠੀਆਂ ਉਹਦੀ ਪਿੱਠ ਦੇ ਵਿੱਚ ਜੜ ਦਿੱਤੀਆਂ ਤੇ ਦਰਦ ਹੋਈ, ਚੀਕਿਆ। ਉਹ ਕਹਿੰਦਾ ਮਾਰ ਪਈ ਪਿੱਠ ਨੂੰ। ਅੱਖਾਂ ਨੇ ਦੇਖਿਆ, ਕਸੂਰ ਅੱਖਾਂ ਦਾ ਸੀ ਕਹਿ ਰਿਹਾ ਹੈ, ਪਰ ਕਦਮ ਚੱਲ ਕੇ ਗਏ, ਹੱਥਾਂ ਨੇ ਤੋੜਿਆ, ਜੀਭ ਨੇ ਖਾਧਿਆ, ਪੇਟ ਨੇ ਰੱਖਿਆ। ਫਿਰ ਪਿੱਠ ਤੇ ਚੋਟ ਪਈ, ਪਿੱਠ ਦਾ ਕੋਈ ਕਸੂਰ ਨਹੀਂ। ਫਿਰ ਕਹਿੰਦਾ ਨਹੀਂ, ਹੰਝੂ ਜਿਹੜੇ ਹਨ ਉਹ ਅੱਖਾਂ 'ਚੋਂ ਨਿਕਲੇ। ਅੱਖਾਂ ਨੂੰ ਸਜ਼ਾ ਮਿਲ ਗਈ। ਹੁਣ ਇਸ ਕਹਾਣੀ ਦਾ ਅਰਥ ਇਹ ਹੋਇਆ ਵੀ ਦੋਸ਼ੀ ਇੰਦਰੇ ਹਨ, ਅੱਖਾਂ ਦੋਸ਼ੀ ਹਨ। ਅੱਖਾਂ ਨੇ ਅੰਬ ਦੇਖਿਆ, ਇਹਦਾ ਮਤਲਬ ਦੋਸ਼ੀ ਅੱਖਾਂ ਹਨ? ਨਹੀਂ, ਜਿਹੜੇ ਜਾਣਕਾਰ ਹਨ ਨਾ, ਉਹ ਕਹਿੰਦੇ ਹਨ ਅੱਖਾਂ ਦੋਸ਼ੀ ਨਹੀਂ ਹੈ, ਅੱਖਾਂ ਨੇ ਸਿਰਫ ਦੇਖਿਆ ਹੀ ਹੈ। ਮਨ ਦੇ ਅੰਦਰ ਵਾਸ਼ਨਾ ਪੈਦਾ ਹੋਈ ਵੀ ਤੋੜ ਕੇ ਖਾਵਾਂ, ਸਵਾਦਿਸ਼ਟ ਅੰਬ ਦਾ ਫਲ ਲੱਗਾ ਹੋਇਆ ਹੈ। ਅੱਖਾਂ ਤੇ ਬਹੁਤ ਚੀਜ਼ਾਂ ਦੇਖਦੀਆਂ ਹਨ ਤੇ ਹਰ ਚੀਜ਼ ਦੇ ਪਿੱਛੇ ਅੱਖ ਥੋੜ੍ਹੀ ਜਾਂਦੀ। ਜਿੱਥੇ ਚਾਹਤ ਹੁੰਦੀ ਹੈ, ਭੁੱਖਾ ਹੈ ਆਦਮੀ ਤੇ ਖੜੇ ਖਾਣ ਵਾਲੀ ਚੀਜ਼ ਦੇ ਪਿੱਛੇ ਜਾਵੇਗੀ ਅੱਖ। ਤੇ ਅਗਰ ਰੱਜਿਆ ਹੋਇਆ ਹੈ, ਕਿਸੇ ਹੋਰ ਚੀਜ਼ ਦੀ ਲੋੜ ਹੈ ਬਾਜ਼ਾਰ ਦੇ ਵਿੱਚ, ਤੇ ਉਧਰ ਨੂੰ ਜਾਵੇ। ਪਰ ਜਾ ਅੱਖ ਥੋੜ੍ਹੀ ਰਹੀ ਹੈ, ਅੱਖ ਦੇ ਪਿੱਛੇ ਵਾਸ਼ਨਾ ਹੈ। ਤੇ ਆਮ ਜਿਹੜੇ ਸਧਾਰਨ ਧਾਰਮਿਕ ਲੋਕ ਹਨ, ਬਾਹਰ ਮੁਖੀ, ਉਹ ਕਹਿੰਦੇ ਹਨ ਇੰਦਰੇ ਦੋਸ਼ੀ ਹਨ। ਇਸ ਕਰਕੇ ਪੁਰਾਣੇ ਸਮੇਂ 'ਚ ਕਈ ਸਾਧੂਆਂ ਨੇ ਅੱਖਾਂ ਕੱਢ ਦਿੱਤੀਆਂ ਵੀ ਅੱਖਾਂ ਰੂਪ ਦੇਖਦੀਆਂ, ਇਹਨਾਂ ਦਾ ਕਸੂਰ। ਕਈਆਂ ਨੇ ਹੱਥ ਵੜ੍ਹਤੇ, ਕਈਆਂ ਨੇ ਜਨਨ ਇੰਦਰੀਆਂ ਵੜ੍ਹਤੀਆਂ ਵੀ ਜਨਨ ਇੰਦਰੀ ਦਾ ਕਸੂਰ। ਵਾਸ਼ਨਾ ਮਨ ਦੇ ਅੰਦਰ ਉੱਠ ਰਹੀ ਹੈ ਤੇ ਇੰਦਰੀ ਦਾ ਥੋੜ੍ਹੀ ਕਸੂਰ ਹੈ। ਵਾਸ਼ਨਾ ਤਾਂ ਤੁਹਾਡੇ ਅੰਦਰ ਹੈ, ਇੰਦਰੀਆਂ ਨੂੰ ਕੱਟ ਵੀ ਦਿਓ, ਵਾਸ਼ਨਾ ਥੋੜ੍ਹੀ ਮਰਦੀ।
ਤੇ ਬਹੁਤ ਸਾਰੇ ਸਾਧੂ ਮਹਾਤਮਾ ਇੱਦਾਂ ਹੀ ਕਰਦੇ ਰਹੇ ਹਨ। ਸਰੀਰ ਨੂੰ ਬਹੁਤ ਜ਼ਿਆਦਾ ਕਸ਼ਟ ਦਿੰਦੇ ਰਹੇ ਹਨ। ਸ਼ਾਇਦ ਵਾਸ਼ਨਾ ਮਰ ਜਾਵੇ, ਭੁੱਖੇ ਰਹਿ ਰਹਿ ਕੇ ਸਰੀਰ ਨੂੰ ਸੁਕਾ ਲਿਆ, ਸ਼ਾਇਦ ਵਾਸ਼ਨਾ ਮਰ ਜਾਵੇ। ਪਰ ਵਾਸ਼ਨਾ ਮਰਦੀ ਨਹੀਂ ਹੈ ਭੁੱਖੇ ਰਹਿਣ ਨਾਲ, ਕਿਉਂਕਿ ਵਾਸ਼ਨਾ ਮਨ ਦੇ ਅੰਦਰ ਹੈ। ਸਰੀਰ ਦਾ ਕੋਈ ਲੈਣਾ ਦੇਣਾ ਨਹੀਂ। ਸਰੀਰ ਤੇ ਜੜ ਹੈ, ਸਰੀਰ ਬੇਕਸੂਰ ਹੈ, ਪਰ ਕਸੂਰ ਸਾਰਾ ਸਰੀਰ ਦਾ ਕੱਢਿਆ ਜਾਂਦਾ ਹੈ ਤੇ ਸਜ਼ਾ ਵੀ ਸਰੀਰ ਨੂੰ ਦਿੱਤੀ ਜਾਂਦੀ। ਕਮਾਲ ਦੀ ਗੱਲ ਤੇ ਹੈ, ਸਰੀਰ ਬਿਲਕੁਲ ਨਿਰਦੋਸ਼ ਹੈ। ਮੂਲ ਹੈ ਮਨ, ਇਸ ਕਰਕੇ ਧਾਰਮਿਕ ਉਪਦੇਸ਼ ਮਨ ਨੂੰ ਦਿੱਤਾ ਜਾਂਦਾ ਹੈ। ਅਗਰ ਇੰਦਰੀਆਂ ਬਾਰੇ ਵੀ ਕੁਛ ਕਿਹਾ ਗਿਆ ਹੈ, ਉਹ ਇਸ ਕਰਕੇ ਹੀ ਵੀ ਤੁਸੀਂ ਸੁਚੇਤ ਰਹੋ। ਮਨ ਦੇ ਅੰਦਰ ਵਾਸ਼ਨਾ ਜਦੋਂ ਉੱਠਦੀ ਹੈ, ਉਦੋਂ ਖਿਆਲ ਕਰੋ ਵੀ ਵਾਸ਼ਨਾ ਉੱਠ ਰਹੀ ਹੈ ਤਾਂ ਤੁਸੀਂ ਕੋਈ ਖੂਬਸੂਰਤ ਚੀਜ਼ ਦੇਖ ਰਹੇ ਹੋ। ਪਰ ਤ੍ਰਿਏ ਰੂਪ ਨਾ ਪੇਖੈ ਨੇਤਰ, ਨੇਤਰ ਤੇ ਦੇਖ ਰਹੇ ਹਨ ਪਰਾਈ ਇਸਤਰੀ ਦਾ ਰੂਪ, ਪਰ ਵਾਸ਼ਨਾ ਤੁਹਾਡੇ ਅੰਦਰ ਹਨ ਤਾਂ ਦਿਖਾਈ ਦੇ ਰਿਹਾ ਹੈ, ਨਹੀਂ ਤੇ ਦਿਖਾਈ ਨਹੀਂ ਦਿੰਦਾ। ਸਧਾਰਨ ਇਸਤਰੀ, ਜੈਸੀਆਂ ਇਸਤਰੀਆਂ ਹਨ ਵੈਸੀ ਇਸਤਰੀ। ਇਸਤਰੀ ਜਿਵੇਂ ਛੋਟਾ ਬੱਚਾ ਨਾ ਦੇਖ ਰਿਹਾ ਹੁੰਦਾ ਹੈ, ਭਾਵੇਂ ਕੋਈ ਚੰਗੀ ਇਸਤਰੀ ਗੁਜ਼ਰੇ, ਮਾੜੀ ਗੁਜ਼ਰੇ, ਕੋਈ ਨਗਨ ਇਸਤਰੀ ਵੀ ਗੁਜ਼ਰ ਜਾਵੇ, ਉਹਨੂੰ ਕੋਈ ਲੈਣਾ ਦੇਣਾ ਨਹੀਂ। ਇੱਦਾਂ ਦੀ ਬਿਰਤੀ ਹੋ ਜਾਂਦੀ ਹੈ ਪ੍ਰਭੂ ਦੇ ਪਿਆਰੇ ਦੀ, ਕਿਉਂਕਿ ਵਾਸ਼ਨਾ ਹੀ ਨਹੀਂ ਹੈ ਅੰਦਰ। ਸਿਰਫ ਦੇਖ ਰਹੀਆਂ ਹਨ ਅੱਖਾਂ, ਅਤੇ ਅੱਖਾਂ ਦੇਖਣ ਦਾ ਕੰਮ ਕਰ ਰਹੀਆਂ। ਕੋਈ ਸੁੰਦਰ ਗੁਜ਼ਰਿਆ ਤਾਂ ਸੁੰਦਰ ਨੂੰ ਦੇਖ ਲੈਂਦੀਆਂ ਹਨ, ਕੋਈ ਬੁਰਾ ਗੁਜ਼ਰਿਆ ਤਾਂ ਬੁਰੇ ਨੂੰ ਦੇਖ ਲੈਂਦੀਆਂ, ਪਰ ਅੰਦਰ ਵਾਸ਼ਨਾ ਨਹੀਂ। ਵਾਸ਼ਨਾ ਕਰਕੇ ਤੁਸੀਂ ਪਿੱਛੇ ਜਾਂਦੇ ਹੋ। ਖਿਆਲ ਵਿੱਚ ਰੱਖੋ, ਇੰਦਰੀਆਂ ਦਾ ਕੋਈ ਕਸੂਰ ਨਹੀਂ ਹੈ। ਵਾਸ਼ਨਾ ਉੱਠਦੀ ਹੈ ਮਨ ਦੇ ਵਿੱਚੋਂ, ਤੇ ਜਦੋਂ ਵਾਸ਼ਨਾ ਉੱਠਦੀ ਹੈ, ਇੱਕ ਵਿਚਾਰ ਉੱਠਿਆ ਤੁਹਾਡੇ ਅੰਦਰ ਕੁਛ ਕਰਨ ਦਾ, ਕੁਛ ਪਾਉਣ ਦਾ, ਕੁਛ ਹੋਣ ਦਾ, ਤੁਸੀਂ ਉਸ ਵਿਚਾਰ ਦੇ ਨਾਲ ਜੁੜ ਗਏ। ਫਿਰ ਹੋਰ ਵਿਚਾਰ ਕਰਦੇ ਹੋ ਵੀ ਇਹ ਚੀਜ਼ ਕਿਸੇ ਢੰਗ ਦੇ ਨਾਲ ਮਿਲੇ, ਮੇਰੀ ਹੋ ਜਾਵੇ। ਫਿਰ ਜਦੋਂ ਤੁਸੀਂ ਸੋਚਦੇ ਰਹਿੰਦੇ ਹੋ, ਸੋਚਦੇ ਰਹਿੰਦੇ ਹੋ, ਸੋਚਦੇ ਰਹਿੰਦੇ ਹੋ, ਫਿਰ ਆਪਣੇ ਆਪ ਹੀ ਸਰੀਰ ਉੱਧਰ ਨੂੰ ਜਾਣਾ ਸ਼ੁਰੂ ਕਰ ਦਿੰਦਾ ਹੈ। ਕਿਉਂਕਿ ਸਰੀਰ ਜਿਹੜਾ ਹੈ ਨਾ, ਉਹ ਮਨ ਤੋਂ ਛੋਟਾ ਹੈ। ਸਰੀਰ ਨਾਲੋਂ ਵੱਡਾ ਹੈ ਮਨ, ਤੇ ਮਨ ਤੋਂ ਵੱਡੇ ਤੁਸੀਂ ਹੋ। ਚੇਤਨਾ ਹੈ, ਪਰਮਾਤਮਾ ਹੈ, ਉਹ ਤੋਂ ਵੱਡਾ। ਤੇ ਮਨ ਜਿਹੜਾ ਪ੍ਰਭਾਵ ਪਾ ਲੈਂਦਾ ਹੈ ਸਰੀਰ ਤੇ, ਜਿੰਨਾ ਜ਼ਿਆਦਾ ਵੱਡਾ ਹੈ ਓਨਾ ਜ਼ਿਆਦਾ ਪ੍ਰਭਾਵ ਪਾਉਂਦਾ ਹੈ, ਤੇ ਤੁਸੀਂ ਵਿਚਾਰਾਂ ਦੇ ਨਾਲ ਜੁੜ ਜਾਂਦੇ। ਤੇ ਜਿਹੜੇ ਸੁਚੇਤ ਹਨ, ਜਾਗਰੂਕਤ ਪੁਰਸ਼ ਹਨ, ਗੁਰਮੁਖ ਪਿਆਰੇ ਹਨ, ਤੇ ਜਦੋਂ ਕੋਈ ਵਾਸ਼ਨਾ ਉੱਠਦੀ ਹੈ ਨਾ ਮਨ ਦੇ ਵਿੱਚ, ਉਦੋਂ ਖਿਆਲ ਕਰਦੇ ਹਨ ਵੀ ਇਹ ਮਨ ਚੱਕਰਾਂ 'ਚ ਪਾ ਰਿਹਾ ਹੈ ਸਾਨੂੰ। ਹਟਾਓ ਧਿਆਨ ਇੱਧਰੋਂ, ਸ਼ਬਦ ਦੇ ਨਾਲ ਜੁੜੋ, ਪ੍ਰਭੂ ਦੇ ਚਿੰਤਨ ਦੇ ਨਾਲ ਜੁੜੋ, ਸਤਸੰਗ ਦੇ ਨਾਲ ਜੁੜੋ, ਤੋਂ ਖਿਆਲ ਹਟਾ ਲੈਂਦਾ। ਪਰ ਜਿਹੜਾ ਥੋੜ੍ਹਾ ਜਿਹਾ ਮੂੜ ਬਿਰਤੀ ਦਾ ਹੈ ਨਾ, ਉਹਨੂੰ ਬਾਅਦ ਵਿੱਚ ਸਮਝ ਵਿੱਚ ਆਉਂਦੀ ਹੈ ਗੱਲ। ਉਹ ਵਿਚਾਰ ਕਰਦਾ ਰਹਿੰਦਾ ਹੈ, ਕਰਦਾ ਰਹਿੰਦਾ ਹੈ, ਕਰਦਾ ਰਹਿੰਦਾ। ਤੇ ਜਦੋਂ ਵਿਚਾਰ ਕਰ ਕਰਕੇ ਚੱਲ ਪੈਂਦਾ ਹੈ ਨਾ ਉਸ ਕੰਮ ਵੱਲ, ਤੇ ਕਈਆਂ ਨੂੰ ਉਦੋਂ ਖਿਆਲ ਵਿੱਚ ਆਉਂਦਾ ਹੈ ਵੀ ਮੈਂ ਕਿੱਧਰ ਜਾ ਰਿਹਾ, ਵੀ ਇਹ ਗਲਤ ਹੈ ਕੰਮ, ਇਹ ਮਨ ਮੈਨੂੰ ਭਟਕਾ ਰਿਹਾ ਹੈ, ਮੈਂ ਭਟਕ ਜਾਊਂਗਾ, ਉਲਝ ਜਾਊਂਗਾ। ਤੇ ਕਈ ਫਿਰ ਵੀ ਨਹੀਂ ਰੁਕਦੇ ਹਨ। ਉਹ ਜਦੋਂ ਕਰ ਲੈਂਦੇ ਹਨ ਸਭ ਕੁਛ, ਫਿਰ ਪਛਤਾਉਂਦੇ ਹਨ ਵੀ ਮਨ ਨੇ ਸਾਨੂੰ ਭਟਕਾਤਾ, ਉਲਝਾਤਾ। ਜ਼ਿਆਦੇ ਮੂਰਛਤ ਹਨ ਨਾ, ਉਹਨਾਂ ਨੂੰ ਬਾਅਦ ਵਿੱਚ ਸਮਝ ਆਉਂਦੀ ਹੈ ਗੱਲ, ਜਦੋਂ ਹੋ ਗਿਆ। ਇਸੇ ਕਰਕੇ ਕਿਹਾ ਜਾਂਦਾ ਹੈ ਵੀ ਸੁਚੇਤ ਰਹਿਣਾ ਹੈ ਮਨ ਦੇ ਪ੍ਰਤੀ। ਮਨ ਦੇ ਪ੍ਰਤੀ ਜਿਹੜਾ ਸੁਚੇਤ ਰਹਿੰਦਾ ਹੈ ਨਾ, ਉਹ ਭਟਕਦਾ ਨਹੀਂ। ਇੰਦਰੀਆਂ ਦੇ ਪ੍ਰਤੀ ਸੁਚੇਤ ਨਹੀਂ ਰਹਿਣਾ ਹੈ। ਖਿਆਲ ਵਿੱਚ ਰੱਖਿਓ ਕਿ ਵਾਸ਼ਨਾ ਮਨ ਦੇ ਵਿੱਚੋਂ ਉੱਠ ਰਹੀ ਹੈ। ਜਿਵੇਂ ਕਿਸੇ ਭਿਕਸ਼ੂ ਨੇ ਪੁੱਛਿਆ ਸੀ ਨਾ ਮਹਾਤਮਾ ਬੁੱਧ ਨੂੰ ਕਿਤੇ ਯਾਤਰਾ 'ਤੇ ਜਾਣ ਵੇਲੇ, ਵੀ ਤੁਸੀਂ ਕਹਿੰਦੇ ਹੋ ਇਸਤਰੀ ਨੂੰ ਛੂਹਣਾ ਨਹੀਂ ਹੈ, ਦੇਖਣਾ ਨਹੀਂ ਹੈ। ਅਗਰ ਕੋਈ ਇਸਤਰੀ
ਡਿੱਗ ਪਵੇ, ਸੱਟ ਲੱਗ ਜਾਵੇ, ਉਹਨੂੰ ਫਿਰ ਛੂਹਣਾ ਪਊਗਾ। ਤੇ ਤੁਸੀਂ ਕਹਿੰਦੇ ਦੇਖਣਾ ਹੀ ਨਹੀਂ, ਪਹਿਲਾਂ ਤਾਂ ਦੇਖਣਾ ਪਊਗਾ, ਫਿਰ ਛੂਹਣਾ ਪਊਗਾ। ਹੁਣ ਛੂਹਣਾ ਹੈ ਕਿ ਨਹੀਂ? ਮਹਾਤਮਾ ਬੁੱਧ ਕਹਿੰਦੇ ਨਹੀਂ, ਐਸੀ ਸਥਿਤੀ ਆ ਜਾਵੇ, ਕੋਈ ਦੁਖੀ ਇਸਤਰੀ ਹੋਵੇ ਤਾਂ ਉਹਦੀ ਸਹਾਇਤਾ ਕਰਨੀ, ਛੂਹ ਲੈਣਾ ਹੈ, ਸਹਾਇਤਾ ਕਰਨੀ। ਪਰ ਮੈਂ ਇੱਕੋ ਹੀ ਆਖਰੀ ਦੇ ਵਿੱਚ ਇੱਕ ਬਚਨ ਕਹਿਣਾ ਹਾਂ, ਤੁਸੀਂ ਦੇਖੋ ਵੀ, ਛੂਹੋ ਵੀ ਇਸਤਰੀ ਨੂੰ, ਪਰ ਹੋਸ਼ ਦੇ ਵਿੱਚ ਰਹਿਣਾ ਹੈ। ਜਦੋਂ ਤੁਸੀਂ ਬੇਹੋਸ਼ ਹੋ ਗਏ ਨਾ, ਉਦੋਂ ਭਟਕ ਗਏ। ਤੇ ਬੇਹੋਸ਼ੀ ਹੁੰਦੀ ਹੈ ਵਿਚਾਰ ਦੁਆਰਾ। ਜਦੋਂ ਅੰਦਰ ਵਿਚਾਰ ਉੱਠਿਆ ਭੋਗਣ ਦਾ, ਵਾਸ਼ਨਾ ਉੱਠੀ, ਤੇ ਉਦੋਂ ਭਟਕ ਗਿਆ। ਤੇ ਵਾਸ਼ਨਾ ਤੇ ਪਿੱਛੋਂ ਉੱਠੀ ਨਾ, ਜੇ ਉੱਠੀ ਨਾ ਵਾਸ਼ਨਾ ਤੇ ਫਿਰ ਤੇ ਇਸਤਰੀ ਇਸਤਰੀ ਹੈ, ਪੁਰਸ਼ ਪੁਰਸ਼ ਹੈ। ਤੇ ਸਰੀਰ ਅਗਰ ਕੁਛ ਕਰ ਵੀ ਦੇਵੇ, ਖਿਆਲ ਵਿੱਚ ਰੱਖਿਓ, ਸਰੀਰ ਕਿਸੇ ਨੂੰ ਮਾਰ ਵੀ ਦੇਵੇ, ਕੁਛ ਕਰ ਵੀ ਦੇਵੇ, ਫਿਰ ਵੀ ਸਰੀਰ ਦੋਸ਼ੀ ਨਹੀਂ, ਕਿਉਂਕਿ ਸਰੀਰ ਦੋਸ਼ੀ ਕਦੇ ਵੀ ਨਹੀਂ ਹੁੰਦਾ। ਦੋਸ਼ੀ ਹੈ ਮਨ। ਅਗਰ ਮਨ ਦੇ ਅੰਦਰ ਵਾਸ਼ਨਾ ਦੁਆਰਾ ਤੁਸੀਂ ਕੁਛ ਕੀਤਾ ਹੈ ਤਾਂ ਤੁਹਾਨੂੰ ਫਲ ਮਿਲੂਗਾ। ਅਗਰ ਵਾਸ਼ਨਾ ਦੁਆਰਾ ਤੁਸੀਂ ਹਿੰਸਾ ਕੀਤੀ ਹੈ, ਤੁਹਾਡੇ ਅੰਦਰ ਹਿੰਸਾ ਦੀ ਬਿਰਤੀ ਸੀ ਤੇ ਹਿੰਸਾ ਹੋਊਗੀ, ਤਾਂ ਤੁਹਾਨੂੰ ਉਹ ਪਾਪ ਲੱਗਦਾ ਹੈ, ਦੋਸ਼ ਲੱਗਦਾ ਹੈ। ਜਿਵੇਂ ਤੁਸੀਂ ਇਵੇਂ ਦੇਖਿਆ ਹੋਵੇਗਾ ਵੀ ਛੋਟੇ ਬੱਚਿਆਂ ਨੂੰ ਸਰਕਾਰ ਸਜ਼ਾ ਨਹੀਂ ਦਿੰਦੀ, ਨਾ ਪਾਗਲਾਂ ਨੂੰ ਦਿੰਦੀ, ਅਗਰ ਉਹ ਹਿੰਸਾ ਵੀ ਕਰ ਦੇਣ, ਕਿਸੇ ਨੂੰ ਮਾਰ ਵੀ ਦੇਣ। ਕਿਉਂ? ਉਹਨਾਂ ਦੇ ਸਰੀਰ ਨੇ ਮਾਰਿਆ ਤੇ ਹੈ ਹੀ, ਪਰ ਉਹਨਾਂ ਨੇ ਮਾਰਨ ਬਾਰੇ ਸੋਚਿਆ ਨਹੀਂ। ਜਿਹਨੇ ਸੋਚਿਆ ਨਹੀਂ ਹੈ, ਉਹਨੂੰ ਸਜ਼ਾ ਕਿਉਂ ਦੇਣੀ? ਸਹਿਜ ਸੁਭਾਅ ਹੋ ਗਿਆ ਨਾ, ਹਿੰਸਾ ਹੋ ਗਈ, ਬਿਨਾਂ ਸੋਚਿਆਂ ਦੇ ਹੋ ਗਏ। ਇਸ ਕਰਕੇ ਜਿਹੜੇ ਪ੍ਰਭੂ ਦੇ ਵਿੱਚ ਲੀਨ ਰਹਿੰਦੇ ਹਨ ਨਾ, ਉਹਨਾਂ ਕੋਲ ਬਹੁਤ ਕੁਛ ਹੁੰਦਾ ਹੈ ਸੰਸਾਰ ਦੇ ਵਿੱਚ, ਪਰ ਉਹ ਸੋਚ ਕੇ ਨਹੀਂ ਕਰਦੇ ਹਨ। ਇਸ ਕਰਕੇ ਉਹਨਾਂ ਦਾ ਸਹਿਜ ਸੁਭਾਅ ਹੁੰਦਾ ਹੈ। ਉਹ ਪਾਪ ਪੁੰਨ ਤੋਂ ਬਰੀ ਹੁੰਦੇ ਹਨ, ਕਿਉਂਕਿ ਉਹ ਵਿਚਾਰਦੇ ਨਹੀਂ ਹਨ, ਸੋਚਦੇ ਨਹੀਂ। ਬਿਨਾਂ ਸੋਚਿਆ ਹੁੰਦਾ ਹੈ ਜੋ ਨਾ, ਬਿਨਾਂ ਮਨ ਦੀ ਮੌਜੂਦਗੀ ਤੋਂ ਹੁੰਦਾ ਹੈ ਜੋ, ਉਹਦੇ ਵਿੱਚ ਪਾਪ ਪੁੰਨ ਨਹੀਂ ਹੁੰਦਾ। ਪਾਪ ਪੁੰਨ ਸ਼ੁਰੂ ਹੋ ਜਾਂਦਾ ਹੈ ਮਨ ਦੀ ਮੌਜੂਦਗੀ। ਪੁੰਨ ਦੇ ਨਾਲ ਮਨ ਜੁੜ ਗਿਆ ਤੇ ਪੁੰਨ ਹੋ ਗਿਆ, ਪਾਪ ਦੇ ਨਾਲ ਮਨ ਜੁੜ ਗਿਆ ਤੇ ਪਾਪ ਹੋ ਗਿਆ। ਇਸ ਕਰਕੇ ਪਾਪੀ ਪੁੰਨੀ ਬਾਹਰੋਂ ਨਹੀਂ ਕਹੇ ਜਾ ਸਕਦੇ, ਪਾਪੀ ਪੁੰਨੀ ਆਖਣ ਨਾ ਹੀ।